सतनाम श्री वाहिगुरु साहिब जीओ। सवैया संत जनावत साच तुझे नहीं, मानत है मन मूर्ख जिया। नेता प्रत ही यह उपदेश करे, तेरे हैं कट अंतर पूरन पिया। सिखिया सही नहीं गही गवार है उन्माद तुझे कोई थिया। नादर आफत कुछ सनाखत, दास भगवान ना निचा है किया। ਧੰਨ ਧੰਨ ਹਜ਼ੂਰ ਨਾਮ ਕਮਲ ਰਾਜਾ ਸਾਹਿਬ ਮਹਾਰਾਜ ਜੀ ਆਪਣੇ ਇਸ ਪਾਵਨ ਅਤੇ ਪਵਿੱਤਰ ਸਵਈਏ ਵਿੱਚ ਸਾਨੂੰ ਕੀ ਸਮਝਾ ਰਹੇ ਹਨ। ਸੰਤ ਲੋਕ ਰੱਬ ਦੇ ਪਾਸੇ ਦਾ ਭੇਤ ਇਸ ਨੂੰ ਦੱਸਦੇ ਹਨ, ਪਰ ਇਹ ਮੂਰਖ ਜੀਵ ਨਹੀਂ ਮੰਨਦਾ। ਹਰ ਦਿਨ ਹਰ ਵੇਲੇ ਸੰਤ ਇਹ ਉਪਦੇਸ਼ ਕਰਦੇ ਹਨ ਕਿ ਪੂਰਨ ਪ੍ਰੀਤਮ ਤੇਰੇ ਅੰਤਰ ਆਤਮੇ ਵਿੱਚ ਹੀ ਹੈ, ਪਰ ਮਨੁੱਖ ਨੂੰ ਕੋਈ ਪਾਗਲਪੁਣਾ ਹੈ ਜੋ ਸਹੀ ਸਿੱਖਿਆ ਦੀ ਪਕੜ ਨਹੀਂ ਕਰਦਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ, ਨਾ ਇਸ ਦਾ ਨਿਸ਼ਚਾ ਹੈ, ਨਾ ਹੀ ਕਿਸੇ ਤੋਂ ਪੁੱਛਦਾ ਹੈ, ਅਤੇ ਨਾ ਹੀ ਇਸ ਦੀ ਕੋਈ ਪਛਾਣ ਹੈ। ਜਿੰਨੇ ਵੀ ਸੰਤ ਮਹਾਂਪੁਰਸ਼ ਹੁੰਦੇ ਹਨ ਉਹ ਇਹੀ ਇਨਸਾਨ ਨੂੰ ਸਮਝਾਉਂਦੇ ਹਨ ਕਿ ਉਸ ਪਰਮਾਤਮਾ ਦਾ ਲੜ ਫੜ, ਤਾਂ ਤੇਰਾ ਇਹ ਮਨੁੱਖਾ ਜੀਵਨ ਤੇਰਾ ਸਫਲਾ ਹੋਵੇਗਾ। ਸਵਈਆ ਪਾਣੀ ਪੈ ਬੂਰ ਜਿਉ ਖਾਈ ਬਿਖੈ ਮ੍ਰਿਗ, ਕੂਦ ਪਿਆ ਵਿੱਚ ਜਾਣ ਅੰਗੂਰੀ। ਗੋਤੇ ਖਾਏ ਅਪਾਰ ਹੈ ਕਸ਼ਟ ਲਹੇ, ਤਬ ਸਮਝੀ ਹਕੀਕਤ ਨਾ ਜਬ ਪੂਰੀ। ਭੋਗਰ ਹਸ ਰਮਣੀ ਪਛਾਣ ਲਿਹੇ, ਮੇਰੇ ਰੂਪ ਇਹ ਕਸ਼ਟ ਕਰੂਰੀ। ਦਾਸ ਭਗਵਾਨ ਤਾਂ ਕਰਮ ਕਰੋ, ਜੰਬ ਮਰਨ ਲਹੋ ਪਹਿਲੇ ਤਿਸ ਜ਼ਰੂਰੀ। ਹਜ਼ੂਰ ਨਾਮ ਕੋਲੋਂ ਰਾਜਾ ਸਾਹਿਬ ਮਹਾਰਾਜ ਜੀ ਸਾਨੂੰ ਆਪਣੇ ਇਸ ਸਵਈਏ ਵਿੱਚ ਸਮਝਾ ਰਹੇ ਹਨ। ਹਰੀ ਅੰਗੂਰੀ ਦੇ ਭੁਲੇਖੇ ਪਾਣੀ ਉੱਤੇ ਬੂਰ ਦੇਖ ਕੇ ਹਿਰਨ ਖਾਈ ਵਿੱਚ ਕੁੱਦ ਪਿਆ। ਅਸਲ ਭੇਦ ਨੂੰ ਸਮਝੇ ਬਿਨਾਂ ਗੋਤੇ ਖਾਂਦਾ ਹੈ ਅਤੇ ਬੜੇ ਕਸ਼ਟ ਸਹਾਰਦਾ ਹੈ। ਮਨੁੱਖ ਦੁਨੀਆ ਦੇ ਭੋਗ ਰਸਾਂ ਨੂੰ ਮਿੱਠੇ ਜਾਣ ਕੇ ਭੋਗਦਾ ਹੈ, ਦੁਨਿਆਵੀ ਰਸਾਂ ਨੂੰ ਹਰ ਦਿਨ ਗ੍ਰਹਿਣ ਕਰਦਾ ਹੈ ਅਤੇ ਦੁਨਿਆਵੀ ਰਸਾਂ ਦੇ ਭੋਗ ਵਿਲਾਸ ਦੇ ਵਿੱਚ ਹਰ ਦਿਨ ਤੜਫਦਾ ਰਹਿੰਦਾ ਹੈ। ਇਸ ਕਰਕੇ ਭਿਆਨਕ ਕਸ਼ਟ ਝੱਲਦਾ ਹੈ। ਰਾਜਾ ਸਾਹਿਬ ਜੀ ਵਿਚਾਰ ਦੱਸਦੇ ਹਨ ਕਿ ਕੋਈ ਕਰਮ ਕਰਨ ਤੋਂ ਪਹਿਲਾਂ ਉਸ ਦੇ ਭੇਦ ਅਤੇ ਫਲ ਨੂੰ ਜਾਣਨਾ ਜ਼ਰੂਰੀ ਹੈ। ਜੇਕਰ ਕੋਈ ਇਨਸਾਨ ਚੰਗਾ ਕਰਮ ਕਰਦਾ ਹੈ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਕੰਮ ਮੇਰੇ ਲਈ ਚੰਗਾ ਹੈ, ਅਤੇ ਜੇਕਰ ਕੋਈ ਇਨਸਾਨ ਬੁਰਾ ਕੰਮ ਕਰਦਾ ਹੈ ਫਿਰ ਉਸ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਇਹ ਕੰਮ ਮੇਰੇ ਲਈ ਬੁਰਾ ਹੈ, ਪਰ ਇਨਸਾਨ ਸਮਝਦਾਰ ਹੋ ਕੇ ਵੀ ਜਾਣ ਬੁੱਝ ਕੇ ਅਣਜਾਣ ਬਣ ਜਾਂਦਾ ਹੈ। ਸਵਈਆ ਪਰਮਾਰਥ ਮਾਰਗ ਚੱਲ ਸਕੇ ਕਿਉਂ, ਜਾਵਣ ਪੰਜ ਨਾ ਦੇ ਵਟਵਾਰੇ। ਪਾਇਆ ਅੰਧੇਰ ਬਗੈਰ ਅੰਧੇਰ ਇਹੋ, ਹੈਣ ਦੁਲੇਰ ਲੁਟੇਰ ਕਰਾਰੇ। ਕਾਫਲਾ ਪਾਏ ਲਿਆ ਜਬ ਸੰਤਨ, ਸੰਗ ਹੂੰ ਤਿਨਹਨ ਪੰਧ ਪਧਾਰੇ। ਦਾਸ ਭਗਵਾਨ ਇਹੋ ਸਹੀ ਸਲਾਮਤ, ਪਹੁੰਚ ਗਏ ਜਾਏ ਪਹੁੰਚਣ ਹਾਰੇ। ਹਜ਼ੂਰ ਨਾਮ ਕੋਲੋਂ ਰਾਜਾ ਸਾਹਿਬ ਮਹਾਰਾਜ ਜੀ ਆਪਣੇ ਇਸ ਪਾਵਨ ਪਵਿੱਤਰ ਸਵਈਏ ਵਿੱਚ ਸਾਨੂੰ ਸਮਝਾ ਰਹੇ ਹਨ। ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕਾਰਨ ਪਰਮਾਰਥ 'ਤੇ ਕਿਵੇਂ ਚੱਲ ਸਕੀਏ, ਜਦੋਂ ਕਿ ਇਹ ਲੁਟੇਰੇ ਉਸ ਰਸਤੇ 'ਤੇ ਚੱਲਣ ਨਹੀਂ ਦਿੰਦੇ। ਚੰਦ ਅਤੇ ਸੂਰਜ ਦੋ ਦੀਵਿਆਂ ਦੇ ਹੁੰਦੇ ਹਨ, ਹੁੰਦਿਆਂ ਬਿਨਾਂ ਅੰਧੇਰ ਤੋਂ ਇਹਨਾਂ ਨੇ ਹਨੇਰ ਪਾ ਰੱਖਿਆ ਹੈ।
ਇਹ ਬੜੇ ਬੇਡਰ ਤੇ ਕੱਢਰੇ ਲੁਟੇਰੇ ਹਨ। ਸੰਤਾਂ ਦੀ ਸੰਗਤ ਦੀ ਵਹੀਰ ਜਦ ਪ੍ਰਾਪਤ ਹੋ ਗਈ ਤਾਂ ਇਹਨਾਂ ਪੰਜਾਂ ਤੋਂ ਬਚ ਸਕਦਾ ਹੈ ਇਨਸਾਨ। ਜਦੋਂ ਕੋਈ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਉਹਨਾਂ ਦੀ ਸੰਗਤ ਕਰਦਾ ਹੈ, ਫਿਰ ਇਹਨਾਂ 5 ਵਿਕਾਰਾਂ ਤੋਂ ਫਿਰ ਉਹ ਇਨਸਾਨ ਬਚ ਸਕਦਾ ਹੈ, ਕਿਉਂਕਿ ਉੱਥੇ ਇਹਨਾਂ ਦੀ ਕੋਈ ਵੀ ਨਹੀਂ ਚੱਲਦੀ। ਰਾਜਾ ਸਾਹਿਬ ਜੀ ਇਹਨਾਂ 5 ਤੋਂ ਬਚਣ ਦਾ ਰਸਤਾ ਸੰਤਾਂ ਦੀ ਸੰਗਤ ਹੀ ਦੱਸਦੇ ਹਨ। ਜੋ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹਨ, ਉਹਨਾਂ ਦਾ ਇਹ ਜਿਹੜਾ ਮਨੁੱਖਾ ਜੀਵਨ ਹੈ ਉਹ ਸਫਲਾ ਹੋ ਜਾਂਦਾ ਹੈ। ਕਾਮ ਕ੍ਰੋਧ ਆਦਿ ਦੇ ਮਾਰਨ ਲਈ ਸੰਗਤ ਵਿੱਚ ਵਿਰਜਣ ਵਾਲਾ ਨਾਮ ਦਾ ਰਸੀਆ ਹੀ ਸਮਰੱਥ ਹੁੰਦਾ ਹੈ। ਇਹ ਵੱਡੀ ਧਾੜ ਹੈ ਜੋ ਵਸੇ ਨੱਸਦੀ ਨਹੀਂ। ਇਹਨਾਂ ਦੀ ਫੌਜ ਤਕੜੀ ਹੌਸਲੇ ਵਾਲੀ ਹੁੰਦੀ ਹੈ। ਜੋ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਜਾਂਦੇ ਹਨ, ਉਹਨਾਂ ਦਾ ਕੋਈ ਵੀ ਫਿਰ ਇਹ ਜਿਹੜੇ ਵਿਕਾਰ ਹਨ ਉਹਨਾਂ ਦੇ ਲਾਗੇ ਨਹੀਂ ਆਉਂਦੇ। ਸਵਈਆ ਜਾਂ ਤਨ ਪੈ ਕਰ ਗਰਬ ਰਹੇ ਹਮ, ਤਾਂ ਤਨ ਬੀਚ ਹੈ ਕੌਣ ਬੜਾਈ। हाड ते मांस ओ नाड़ी को पिंजर, पंखी हुआ बिच दाखल आई। अरबा इनासर मेल पिया जब, आत्म मद पई रुसनाई। दास भगवान ना मान करो, थिर रहना नहीं कलबूत एहु भाई। हजूर पातशाह राजा साहब महाराज जी सानू अपने इस सवईये विच समझा रहे हैं, जिस देह ਦਾ ਅਸੀਂ ਮਾਣ ਕਰਦੇ ਹਾਂ, ਭਲਾ ਦੱਸੋ ਇਸ ਵਿੱਚ ਕੀ ਵਡਿਆਈ ਹੈ। ਹੱਡ ਮਾਸ ਨਾੜੀਆਂ ਦਾ ਇਹ ਪਿੰਜਰਾ ਹੈ ਤੇ ਜੀਵ ਰੂਪੀ ਪੰਛੀ ਇਸ ਵਿੱਚ ਵਸਦਾ ਹੈ। ਤੱਤ ਦੇ ਮੇਲ ਤੋਂ ਇਹ ਦੇਹ ਬਣੀ ਹੈ। ਆਤਮਾ ਤੱਤ ਨੂੰ ਰੋਸ਼ਨ ਕਰ ਰਿਹਾ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਜਿਸਮ ਦਾ ਮਾਣ ਨਾ ਕਰੋ, ਇਹ ਢਾਂਚਾ ਸਦਾ ਨਹੀਂ ਬਣਿਆ ਰਹਿਣਾ। ਜੋ ਇਨਸਾਨ ਆਪਣੇ ਇਸ ਸਰੀਰ ਦੀ ਭੁੱਖ ਮਿਟਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥ ਛਕਦੇ ਹਨ, ਇਸ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਵਸਤਰ ਪਹਿਨਦੇ ਹਨ, ਪਰ ਉਹ ਕਦੇ ਵੀ ਇਹ ਨਹੀਂ ਦੇਖਦੇ ਕਿ ਜੋ ਸਾਡੇ ਅੰਦਰ ਉਸ ਪਰਮਾਤਮਾ ਦੀ ਜੋਤ ਜਗ ਰਹੀ ਹੈ, ਉਸ ਨੂੰ ਵੀ ਇੱਕ ਖੁਰਾਕ ਦੀ ਲੋੜ ਹੈ। ਉਹ ਖੁਰਾਕ ਕਿਹੜੀ ਹੈ? ਉਹ ਉਸ ਪਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਗੀ। ਸਵਈਆ ਮਾਨਸ ਦੇ ਬਣੀ ਅਤ ਸੁੰਦਰ, ਸੁੰਦਰ ਦੇਖ ਪਦਾਰਥ ਕੀ ਹੈ। ਦੇਹ ਹੱਡ ਮਾਸ ਕੀ ਹੈ ਮੂਲ ਮੂਤਰ, ਕੋ ਨਵ ਦੁਆਰ ਮੈਂ ਸੂਚ ਨਾ दी ਹੈ। ਸੁੰਦਰ ਬਸ਼ਟ ਦ੍ਰਿਸ਼ਟ ਨਾ ਆਵਤ, ਸੁੰਦਰ ਜਾਣ ਕਹਿ ਕਾਰਨ ਲੀ ਹੈ। ਬਾਥ ਜਥਾਰਥ ਹੈ ਪਰਮਾਰਥ, ਦਾਸ ਭਗਵਾਨ ਇਹੋ ਸੁੰਦਰ ਜੀ ਹੈ। ਹਜ਼ੂਰ ਨਾਗਪੁਰ ਰਾਜ ਸਾਹਿਬ ਮਹਾਰਾਜ ਜੀ ਸਾਨੂੰ ਆਪਣੇ ਇਸ ਸਵਈਏ ਵਿੱਚ ਸਮਝਾ ਰਹੇ ਹਨ, ਮਨੁੱਖਾਂ ਦੇ ਜੋ ਬੜੀ ਸੋਹਣੀ ਦਿਸਦੀ ਹੈ, ਜੋ ਇਹ ਇਸ ਇਨਸਾਨ ਦੀ ਜਿਹੜਾ ਸਰੀਰ ਹੈ ਦੇਖਣ ਨੂੰ ਬਹੁਤ ਹੀ ਸੋਹਣਾ ਲੱਗਦਾ ਹੈ। ਹੱਡ ਮਾਸ ਦੀ ਬਣੀ ਹੋਈ ਹੈ, 9 ਦਰਵਾਜ਼ਿਆਂ ਵਾਲੀ ਇਸ ਦੇਹ ਵਿੱਚੋਂ ਮਲ ਮੂਤਰ ਨਿਕਲਦਾ ਰਹਿੰਦਾ ਹੈ। ਇਸ ਵਿੱਚ ਕਿਹੜੀ ਚੀਜ਼ ਸੁੱਚੀ ਹੈ? ਸੁੰਦਰਾਂ ਦਾ ਸੁੰਦਰ ਇਸ ਵਿੱਚ ਵਸਦਾ ਹੈ, ਪਰ ਨਜ਼ਰ ਨਹੀਂ ਆਉਂਦਾ। ਇਸ ਦਾ ਕਾਰਨ ਕੀ ਹੈ? ਰਾਜਾ ਸਾਹਿਬ ਦੇ ਬਚਨਾ ਅਨੁਸਾਰ ਇਹ ਜੀਵ ਕੀ ਸੁੰਦਰ ਹੈ? ਅਸਲ ਸੁੰਦਰ ਚੀਜ਼ ਤਾਂ ਹਿਰਦੇ ਅੰਦਰ ਛੁਪੀ ਹੋਈ ਹੈ। ਪਰਮਾਰਥ ਹੀ ਯਥਾਰਥ ਹੈ, ਇਸ ਦਾ ਵਿਚਾਰ ਕਰੋ। ਅਸਲ ਵਿੱਚ ਹਜ਼ੂਰ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਜੋ ਅਸੀਂ ਆਪਣੇ ਇਸ ਸਰੀਰ ਦਾ, ਇਸ ਮਨੁੱਖੀ ਦੇਹੀ ਦਾ ਮਾਣ ਕਰਦੇ ਰਹਿੰਦੇ ਹਨ, ਇਸ ਦੇ ਅੰਦਰ ਇਸ ਦਾ ਢਾਂਚਾ ਇੱਕ ਬਣਿਆ ਹੋਇਆ ਹੈ। ਹੱਡ ਮਾਸ ਨਾੜੀਆਂ ਅਤੇ ਇੱਕ ਪਿੰਜਰਾ ਬਣਿਆ ਹੋਇਆ ਹੱਡੀਆਂ ਦਾ। ਉਸ ਢਾਂਚੇ ਦੇ ਨਾਲ ਇਹ ਸਾਡਾ ਸਰੀਰ ਬਣਿਆ ਹੋਇਆ ਹੈ। ਇਸ ਸਰੀਰ ਦੇ ਅੰਦਰ ਕੋਈ ਵੀ ਚੀਜ਼ ਸੁੱਚੀ ਨਹੀਂ। ਸੁੱਚੀ ਤੇ ਕੇਵਲ ਜੋ ਉਸ ਪਰਮਾਤਮਾ ਦੀ ਜੋਤ ਜਗ ਰਹੀ ਹੈ, ਕੇਵਲ ਉਹੀ ਸੁੱਚੀ ਹੈ ਅਤੇ ਉਹਨਾਂ ਨੂੰ ਕੋਈ ਵਿਰਲੇ ਹੀ ਪਛਾਣ ਸਕਦੇ ਹਨ। ਜਿਵੇਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਸਮਝਾ ਰਹੇ ਹਨ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਅੰਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਸਵਈਆ ਔਂਦ ਘਟੇ ਨਰ ਰੋਜ ਬਰੋਜ ਹੀ, ਚੋਜ ਕਰੇ ਮਨ ਭਾਵਤ ਕੈਸੇ।
सुफन सृष्ट बिखें पढ़ मूर्ख, भोगू को बाशत है अब ऐसे। श्रप के मुँह बिखे प्या दादर, माशर खान को चाहत जैसे। दास भगवान एह अजूब ही हैमक, जान के सत जो संचत पैसे। ਹਜ਼ੂਰ ਪਾਤਸ਼ਾਹ ਸਾਨੂੰ ਆਪਣੇ ਇਸ ਸਵਈਏ ਵਿੱਚ ਸਮਝਾ ਰਹੇ ਹਨ, ਨਿਤ ਦਿਨ ਤੇਰੀ ਉਮਰ ਘਟਦੀ ਜਾ ਰਹੀ ਹੈ ਭਾਈ। ਮਨ ਭਾਉਂਦੇ ਚੋਂਜ ਕਿਸ ਲਈ ਤੂੰ ਕਰ ਰਿਹਾ ਹੈ। ਜਗ ਸੁਪਨਾ ਬਾਜੀ ਬਣੀ, ਖਿਨਮੈ ਖੇਲ ਖਿਲਾਏ। ਸੁਪਨੇ ਦੀ ਨਿਆਈ ਇਹ ਸੰਸਾਰ ਹੈ। ਮੂਰਖ ਭੋਗਾਂ ਦੀ ਇੱਛਾ ਇਸ ਪ੍ਰਕਾਰ ਕਰਦਾ ਹੈ, ਜਿਸ ਤਰ੍ਹਾਂ ਸੱਪ ਦੇ ਮੂੰਹ ਵਿੱਚ ਡੱਡੂ ਫੜਿਆ ਹੋਇਆ ਹੈ, ਅੱਗੋਂ ਮੱਛਰ ਨੂੰ ਵੀ ਪਕੜਨ ਦਾ ਯਤਨ ਕਰਦਾ ਹੈ। ਜਿਵੇਂ ਕਬੀਰ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ, ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੋਏ ਭਰੇ। ਸਵਈਆ ਸਵੈ ਸਰੂਪ ਸਿਮਰਨ ਕਰੋ, ਅਤੇ ਬਿਸੇ ਬਿਸਮਰਨ ਕੀਜੈ ਪਾਈ। ਬਿਸੇ ਬਿਸਮਰਨ ਬੋਧ ਹੋਇ ਜਾਏ, ਸਰੂਪ ਬਿਸਮਰਨ ਸਾਰ ਗਵਾਈ। ਸਿਮਰਨ ਸਰੂਪ ਆਨੰਦ ਅਤੀ ਕਰ, ਬਿਸੇ ਬਿਸਮਰਨ ਕਲਹਿ ਅਦਕਾਈ। ਦਾਸ ਭਗਵਾਨ ਵਿਗਿਆਨ ਲਹੋ, ਜਹ ਨਾਹੇ ਸਿਮਰਨ ਬਿਸਮਰਨ ਕਾਈ। ਹਜ਼ੂਰ ਪਾਤਸ਼ਾਹ ਆਪਣੀ ਇਸ ਸਵਈ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਵਿਸ਼ੇ ਵਿਕਾਰਾਂ ਨੂੰ ਭੁਲਾ ਕੇ ਆਪਣੇ ਨਿੱਜ ਰੂਪ ਵਿੱਚ ਵਸਦੇ ਪਰਮਾਤਮਾ ਨੂੰ ਯਾਦ ਕਰੋ। ਵਿਸ਼ਿਆਂ ਨੂੰ ਭੁਲਾ ਕੇ ਸਰੂਪ ਦਾ ਗਿਆਨ ਹੋ ਜਾਂਦਾ ਹੈ ਅਤੇ ਵਿਸ਼ਿਆਂ ਨੂੰ ਚੇਤੇ ਕਰਕੇ ਸਿਮਰਨ ਦਾ ਤੱਤ ਗਵਾਚ ਜਾਂਦਾ ਹੈ। ਸਿਮਰਨ ਕਰਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰ ਵਿਰਤੀ ਕਾਰਨ ਦੁੱਖ ਅਤੇ ਕਲੇਸ਼ ਵਿਆਪਦੇ ਹਨ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਆਤਮ ਗਿਆਨ ਦੀ ਅਵਸਥਾ ਸਿਮਰਨ ਅਤੇ ਬੈਸਿਮਰਨ ਤੋਂ ਉੱਚੀ ਹੈ ਅਤੇ ਇਸ ਮਰਤਬੇ ਨੂੰ ਪ੍ਰਾਪਤ ਕਰਨ ਲਈ ਸਿਮਰਨ ਕਰਨਾ ਚਾਹੀਦਾ ਹੈ। ਜੋ ਪ੍ਰਾਣੀ ਇਸ ਸੰਸਾਰ 'ਤੇ ਆਉਂਦਾ ਹੈ, ਜੇਕਰ ਉਹ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ ਅਤੇ ਉਸ ਦਾ ਮਨੁੱਖਾ ਜੀਵਨ ਸਫਲਾ ਹੋ ਜਾਂਦਾ ਹੈ। ਸਵਈਆ ਪਾਏ ਅਟਲ ਅਚਲ ਸੋ ਜੋ, ਦੇਸ ਅਛਲ ਅਮਲ ਅਨੂਪਾ। ਆਪਣਾ ਆਪ ਨਹੀਂ ਤਿਨ ਤਾਪ, ਨਾ ਜਾਪ ਅਜਾਪ ਹੈ ਪੂਮਣ ਭੂਪਾ। ਐਨ ਅਪਾਰ ਨਾ ਪਾਰ ਉਰਾਰ, ਨਾ ਸਾਰ ਅਸਾਰ ਹੈ ਸਾਰ ਸਰੂਪਾ। ਅਦੈਵ ਅਵੈ ਸਵੈ ਸੋਈ ਸੰਮਕ, ਦਾਸ ਭਗਵਾਨ ਹੈ ਰੂਪ ਅਨੂਪਾ। ਹਜ਼ੂਰ ਨਾਗਪੁਰ ਰਾਜਾ ਸਾਹਿਬ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ, ਜਿਸ ਦੇਸ਼ ਦੀ ਉਪਮਾ ਨਹੀਂ ਹੋ ਸਕਦੀ, ਉਸ ਅਟਲ ਅਚਲ ਅਛਲ ਨਿਰਮਲ ਦੇਸ਼ ਨੂੰ ਪ੍ਰਾਪਤ ਕਰ। ਉੱਥੇ ਸਭ ਪਾਸੇ ਆਪਣਾ ਆਪ ਹੀ ਹੈ ਅਤੇ ਤਿੰਨ ਤਾਪ ਆਦ ਵਿਆਦ ਉਪਾਦ ਨਹੀਂ ਹਨ। ਜੋ ਅਜਾਪ ਹੈ ਉੱਥੇ ਰਾਜਨ ਕੇ ਰਾਜੇ ਦਾ ਟਿਕਾਣਾ ਹੈ। ਪਾਰ ਰਹਿਤ ਅਤੇ ਉਰਵਾਰ ਪਾਰ ਨਹੀਂ, ਅਤੇ ਜਿਸ ਦਾ ਸ੍ਰੇਸ਼ਟ ਸਰੂਪ ਹੈ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਦਵੈਤ ਤੋਂ ਰਹਿਤ, ਭੈ ਰਹਿਤ, ਸੁੱਤੀ ਪ੍ਰਕਾਸ਼ ਮਨੋਹਰ ਅਤੇ ਰੂਪ ਤੋਂ ਅਨੂਪ ਹੈ। ਜੋ ਉਸ ਪਰਮਾਤਮਾ ਦਾ ਨਾਮ ਜਪਦੇ ਹਨ, ਫਿਰ ਉਸ ਸੰਸਾਰ ਦੇ ਵਿੱਚ ਜਾ ਕੇ ਉਸ ਨਵੀਂ ਦੁਨੀਆ ਦੇ ਵਿੱਚ ਇਨਸਾਨ ਪਹੁੰਚ ਜਾਂਦਾ ਹੈ। ਉੱਥੇ ਕਿਸੇ ਵੀ ਪ੍ਰਕਾਰ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਹੀਂ ਹੁੰਦਾ। ਸੋ ਗੁਰੂ ਪਿਆਰਿਓ, ਅੱਜ ਦੀ ਕਥਾ ਵਿਚਾਰ ਇਤਨੀ ਹੈ ਜੀ। ਜੇਕਰ ਕਥਾ ਵਿਚਾਰ ਕਰਦੇ ਸਮੇਂ ਕੋਈ ਸ਼ਬਦ ਗਲਤ ਬੋਲ ਗਿਆ ਹੋਵਾਂ ਤਾਂ ਅਣਜਾਣ ਬੱਚੇ ਸਮਝ ਕੇ ਮਾफ़ ਕਰ ਦੇਣਾ ਜੀ। ਆਪ ਜੀ ਦਾ ਬੱਚਾ ਦਾਸ ਵਿਕਰਮਜੀਤ ਸਿੰਘ ਮਕਾਨਪੁਰ ਤੋਂ ਜੀ। ਅਤੇ ਓਅੰਕਾਰ ਨਿਰੰਕਾਰ ਰਾਜਾ ਸਾਹਿਬ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਕਰ ਲਓ ਅਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਜੀ। ਜੈ ਰਾਜਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।